ਜੇ ਅਸੀਂ 15 ਕਿਲੋਮੀਟਰ ਦੇ ਵਿੱਚ ਜਿਹੜੀ BSF ਹੈ, ਜੇ ਡਰੋਨ ਨਹੀਂ ਰੋਕ ਸਕਦੀ, ਨਸ਼ਾ ਨਹੀਂ ਰੋਕ ਸਕਦੀ, ਹਥਿਆਰ ਨਹੀਂ ਰੋਕ ਸਕਦੀ, ਤਾਂ ਫਿਰ 50 ਕਿਲੋਮੀਟਰ 'ਚ ਕਿਵੇਂ? ਉਹ ਤਾਂ ਦਾਇਰਾ ਹੋਰ ਵੀ ਵੱਧ ਗਿਆ। ਦੇਖਣ ਵਾਲੀ ਗੱਲ ਹੈ ਕਿ ਕਿਹੜੇ ਦਿਨ ਕਿਉਂ ਬੇਅਦਬੀ ਹੋਈ ਨਹੀਂ, ਕਰਾਈ ਗਈ। ਦੁਸਹਿਰੇ ਵਾਲੇ ਦਿਨ ਪੁਤਲੇ ਕਿਹਦੇ ਫੂਕਣੇ ਸੀ? ਮੋਦੀ, ਅਮਿਤ ਸ਼ਾਹ, ਅੰਬਾਨੀ, ਅਡਾਨੀ ਦੇ ਫੂਕੇ ਵੀ। ਤੇ ਉਹ ਕਿੱਡੀ ਵੱਡੀ ਨੈਸ਼ਨਲ ਨਿਊਜ਼ ਸੀ, ਕਿਸ ਲੈਵਲ ਤੇ ਗੱਲ ਜਾਣੀ ਸੀ। ਪਰ ਉਸ ਦਿਨ ਹਾਈਲਾਈਟ ਕੀ ਹੋਇਆ? ਇੱਕ ਬੰਦਾ ਮਾਰ ਦਿੱਤਾ, ਬੇਰਹਿਮੀ ਨਾਲ ਮਾਰ ਦਿੱਤਾ ਜੀ। ਮੋਦੀ ਮੀਡੀਆ ਨੇ ਚਲਾਇਆ ਹੈ ਨਾ। ਰਾਜਾ ਰਾਜ ਜੀ ਦੀ ਇੰਟਰਵਿਊ, ਉਹ ਕਹਿੰਦੇ ਮੈਂ ਕਿਹਾ ਵੀ ਇਹਨੂੰ ਹਸਪਤਾਲ ਲੈ ਜਾਈਏ, ਵੀ ਇਹਦੇ ਤੋਂ ਪ੍ਰੂਫ ਤਾਂ ਇਕੱਠੇ ਕਰੀਏ, ਕਿੰਨੇ ਭੇਜਿਆ, ਕੌਣ ਭੇਜਿਆ। ਜਦੋਂ ਉਦੋਂ ਤੱਕ ਉਹਨੇ 20 ਜਿਹੜੇ ਬੰਦੇ ਕਹੇ ਵੀ ਪੂਰਾ ਤਾਂ ਪਤਾ ਲੱਗੇ, ਤਾਂ ਉਸੇ ਟਾਈਮ ਕੌਣ ਆ ਗਿਆ? ਇੱਕ ਪਾਸੇ ਤੁਸੀਂ ਕਹਿੰਦੇ ਤੁਹਾਨੂੰ ਚੰਡੀਗੜ੍ਹ ਮਿਲਿਆ ਬਰਸੀ ਦੇ, ਇੱਕ ਪਾਸੇ ਤੁਸੀਂ ਕਹਿੰਦੇ ਆਏ ਦਿੱਲੀ ਗਏ, ਕਿਉਂਕਿ ਤੁਸੀਂ ਮਿਲੇ ਹੋ ਕਈ ਵਾਰ। ਹੁਣ ਦੂਜੀ ਗੱਲ, ਸਿਰ ਪਾਉ ਦਿੱਤਾ ਉਹਨੂੰ, ਨੰਗੇ ਸਿਰ ਉੱਥੇ ਬੇਅਦਬੀ ਨਹੀਂ, ਨੰਗੇ ਸਿਰ ਤੋਂ ਮਰ ਰਹੀ ਤੋਂ ਸਿਰ ਕੋ ਲੈ ਰਹੇ ਹੋ ਤੁਸੀਂ, ਫਿਰ ਤੁਸੀਂ ਉੱਥੇ ਰੋਟੀ ਕਿਵੇਂ ਖਾ ਗਏ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਗਾਲਵ। ਅੱਜ ਆਪਾਂ ਗੱਲ ਕਰਨੀ ਹੈ ਜੋ ਵੀ ਕੁਛ ਹੋ ਰਿਹਾ ਪੰਜਾਬ 'ਚ, ਅੰਦੋਲਨ ਤੇ ਪੰਜਾਬ, ਜੋ ਵੀ ਕੁਛ ਹੋ ਰਿਹਾ। ਅਸੀਂ ਕੀ ਕਰ ਰਹੇ ਹਾਂ? ਅਸੀਂ ਕਿੱਥੇ ਖੜੇ ਹਾਂ? ਸਾਡੀ ਲੜਾਈਆਂ ਕੀ ਨੇ? ਸਾਡਾ ਮੇਨ ਮੁੱਦਾ ਕੀ ਹੈ? ਮੈਂ ਪਿਛਲੇ ਦਿਨਾਂ ਦੀਆਂ ਥੋੜ੍ਹੀ ਜਿਹੀ ਗੱਲ ਕਰਦਾ ਸਿਰਫ ਪੰਜਾਬ ਦੀ, ਕਿ ਪੰਜਾਬ ਦੇ ਵੱਡੇ ਮੁੱਦੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਤੇ ਕਿਹੜੇ ਹਮਲੇ ਹੋਏ ਆ ਦਿਨਾਂ ਦੇ ਵਿੱਚ। ਸਭ ਤੋਂ ਵੱਡਾ ਆਪਾਂ ਨੂੰ ਪਤਾ ਹੀ ਹੈ ਸਾਰਾ, BSF ਦਾ 50 ਕਿਲੋਮੀਟਰ ਆ ਜਾਣਾ। CBSE ਨੇ ਜ਼ਰੂਰੀ ਵਿਸ਼ੇ, ਮੇਨ ਵਿਸ਼ੇ, ਪੰਜਾਬੀ ਨੂੰ ਮੇਨ ਵਿਸ਼ੇ ਤੇ ਜ਼ਰੂਰੀ ਵਿਸ਼ੇ ਚੋਂ ਹਟਾ ਦੇਣਾ। ਫਿਰ ਸਾਡਾ ਕਿਸਾਨੀ ਅੰਦੋਲਨ, ਸਾਡੇ ਮੁੱਦੇ ਆ, ਸਾਡੇ ਕਿਸਾਨੀ ਦੇ ਮਸਲੇ, ਇਹ ਸਾਡੇ ਮੁੱਦੇ ਆ, ਇਹ ਸਾਡੀ ਲੜਾਈ। ਪਰ ਉਹਨੂੰ ਮੈਨੂਪਲੇਟ ਕਰਕੇ ਸੋਸ਼ਲ ਮੀਡੀਆ ਤੇ ਅਸੀਂ ਆਪਸ 'ਚ ਲੜੀ ਜਾਂਦੇ ਹਾਂ। ਕਰ ਕੌਣ ਰਿਹਾ? ਸਰਕਾਰ। ਇੱਕ ਗੱਲ ਦੋਸਤੋ ਯਾਦ ਰੱਖਿਓ, ਲੀਡਰ ਤੁਹਾਡੇ ਨਹੀਂ ਹੈ। ਜਿੰਨਾ ਚਿਰ ਲੀਡਰਾਂ ਤੇ ਡੰਡਾ ਅਵੇਅਰ ਹੋਵੋਗੇ ਤਾਂ ਲੀਡਰ ਤੁਹਾਡੇ ਲਈ ਕੰਮ ਕਰਨਗੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ। ਅਸੀਂ ਇੱਕ ਦੂਜੇ ਦੇ ਨਾਲ ਖੌਰੂ ਪਾਇਆ ਹੋਇਆ। ਮੀਡੀਆ ਵੀ ਉਵੇਂ ਦਾ ਹੀ ਰੋਲ ਨਿਭਾ ਰਿਹਾ, ਪੰਜਾਬ ਮੀਡੀਆ ਵੀ। ਮੇਨ ਮੁੱਦੇ ਕੋਈ ਨਹੀਂ ਦਿਖਾ ਰਿਹਾ, ਮੇਨ ਮੁੱਦਿਆਂ ਤੇ ਡਿਬੇਟ ਨਹੀਂ ਹੋ ਰਹੀ। ਅਸੀਂ ਬਸ ਜਿਹੜਾ ਜਿਹਾ ਗਰਮ ਮੁੱਦਾ ਉੱਠਦਾ, ਚੈਨਲ ਕੀ ਹੁੰਦਾ, ਜਿਹੜਾ ਗਰਮ ਜਿਹਾ ਮੁੱਦਾ ਹੋ ਗਿਆ ਉਹਨੂੰ ਚੱਕ ਲਿਆ, ਪਰਸਨਲ ਕਿਸੇ ਦਾ ਵੀ, ਉਹਨੂੰ ਅਸੀਂ ਦਿਖਾਉਂਦੇ ਹਾਂ। ਕਿੰਨੀਆਂ ਡਿਬੇਟਾਂ ਹੋਈਆਂ, ਕਿੰਨੀ ਕੁ ਨਿਊਜ਼ ਚੱਲੀ ਹੈ CBSE ਦੇ ਜਿਹੜੇ ਇਹ ਪੰਜਾਬੀ ਨੂੰ ਹਟਾ ਦੇਣ ਵਾਲੇ ਤੇ। ਕਿਸਾਨਾਂ ਦਾ ਅੱਜ ਕਿੱਥੇ ਅੰਦੋਲਨ ਖੜਾ ਹੈ, ਅਸੀਂ ਹੁਣ ਕਿਵੇਂ ਅੱਗੇ ਵਧ ਸਕਦੇ ਹਾਂ, ਕਿੰਨੀਆਂ ਕੁ ਡਿਬੇਟਾਂ ਹੋ ਰਹੀਆਂ, ਕਿੰਨਾ ਕੁ ਅਸੀਂ ਵਿਚਾਰ ਕਰ ਰਹੇ ਹਾਂ। ਅੱਜ ਜਿਹੜਾ ਪੰਜਾਬ ਦੇ ਵਿੱਚ ਜੀ ਡਰੋਨ ਆ ਗਏ, ਇਹ ਆ ਗਏ, BSF ਵੜ ਗਈ, ਅਸੀਂ ਉਹਦੀ ਤੇ ਕਿੰਨੀ ਕੁ ਗੱਲ ਕਰ ਰਹੇ ਹਾਂ। ਯਾਰ ਜੇ ਮੈਂ ਇੱਕ ਕਮਰਾ ਨਹੀਂ ਸਾਂਭ ਸਕਦਾ ਤੇ ਮੇਰੇ ਘਰ ਦੇ ਕਹਿਣ ਵੀ ਤੇਰੇ ਤੋਂ ਕਮਰਾ ਨਹੀਂ ਸਾਂਭ ਰਿਹਾ, ਤੂੰ ਸਾਰਾ ਘਰ ਸਾਂਭ, ਇਹ ਕਿੱਧਰ ਦੀ ਸਿਆਣਪ? ਘਰ ਦੇ ਕਹਿਣਗੇ ਤੇਰੇ ਤੋਂ ਤਾਂ ਇੱਕ ਕਮਰਾ ਨਹੀਂ ਸਾਂਭਦਾ, ਵੀ ਕਮਰੇ ਦੇ ਵਿੱਚ ਵੀ ਕੋਈ ਨਾਲ ਬੰਦਾ ਰੱਖ ਲੈ, ਜਾਂ ਕੋਈ ਬੰਦਾ ਨਾ, ਜਾਂ ਕਮਰੇ 'ਚੋਂ ਵੀ ਤੂੰ ਇਹ ਵੀ ਛੱਡ ਦੇ ਜ਼ਿੰਮੇਵਾਰੀ, ਸਾਡੇ ਤੋਂ ਜ਼ਿੰਮੇਵਾਰੀ ਹਟਾ ਲੈਣਗੇ, ਨਾ ਕਿਸੇ ਨੂੰ ਘਰ ਸੌਂਪ ਦੇਣਗੇ। ਜੇ ਅਸੀਂ 15 ਕਿਲੋਮੀਟਰ ਦੇ ਵਿੱਚ ਜਿਹੜੀ BSF ਹੈ, ਜੇ ਡਰੋਨ ਨਹੀਂ ਰੋਕ ਸਕਦੀ, ਨਸ਼ਾ ਨਹੀਂ ਰੋਕ ਸਕਦੀ, ਹਥਿਆਰ ਨਹੀਂ ਰੋਕ ਸਕਦੀ, ਤਾਂ ਫਿਰ 50 ਕਿਲੋਮੀਟਰ 'ਚ ਕਿਵੇਂ? ਉਹ ਤਾਂ ਦਾਇਰਾ ਹੋਰ ਵੀ ਵੱਧ ਗਿਆ। ਫਿਰ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੇ ਹਥਿਆਰ, ਇਸ ਤਰ੍ਹਾਂ ਦੀ ਟੈਕਨੀਕ ਆ ਗਈ ਹੈ ਕਿ ਅਸੀਂ ਉੱਡਦੀਆਂ ਮਿਸਾਈਲਾਂ ਨੂੰ ਵੀ ਟਰੈਕ ਕਰ ਦਿੰਦੇ ਹਾਂ, ਉਹਨਾਂ ਨੂੰ ਨਸ਼ਟ ਕਰ ਦਿੰਦੇ ਹਾਂ। ਪਿੱਛੇ ਜੇ ਆਪਾਂ ਦੇਖਿਆ ਜਦੋਂ ਇਜ਼ਰਾਈਲ ਫਿਲਿਸਤੀਨ, ਤਾਂ ਉਹ ਇਜ਼ਰਾਈਲ ਦੀਆਂ ਮਿਜ਼ਾਈਲਾਂ ਉਹ ਕਿਵੇਂ ਰੋਕ ਦਿੰਦੇ ਸੀ। ਤੇ ਸਾਡੇ ਤੋਂ ਬਾਰਡਰ ਤੋਂ ਇੱਕ ਡਰੋਨ ਨਹੀਂ ਸਾਡੇ ਤੋਂ ਰਡਾਰ 'ਚ ਆਉਂਦੇ, ਟਰੈਕ ਨਹੀਂ ਹੁੰਦੇ ਹੈ। ਸਾਨੂੰ ਡਰੋਨ ਜਦੋਂ ਡਿੱਗ ਜਾਂਦਾ ਉੱਥੇ
ਫਿਰ ਸਾਨੂੰ ਪਤਾ ਲੱਗਦਾ। ਔਰ ਡਰੋਨ ਵੀ ਕੋਈ ਉਹ ਵੀਡੀਓ ਵਾਲੇ ਡਰੋਨ ਨਹੀਂ, ਇੱਕ ਪ੍ਰੋਪਰ ਮਤਲਬ ਉਹਨਾਂ ਦਾ ਇੱਕ ਸਾਈਜ਼ ਆ ਕਿ ਸਾਡੀ BSF ਜਾਂ ਸਾਡੀ ਤਕਨੀਕ ਭਾਰਤ ਦੀ ਇੰਨੀ ਵੀ ਨਹੀਂ ਕਿ ਸਾਨੂੰ ਟਾਵਰ ਕਿੱਥੇ ਨੇ, ਕਿੰਨੀ ਰੇਂਜ ਹੈ, ਸਭ ਕੁਝ ਪਤਾ ਲੱਗ ਜਾਂਦਾ, ਪਰ ਸਾਨੂੰ ਡਰੋਨ ਸਾਡੇ ਤੋਂ ਟਰੈਕ ਨਹੀਂ ਆਉਂਦੇ, ਸਾਡੀ ਰਡਾਰ 'ਚ ਨਹੀਂ ਆਉਂਦੀ। ਕਿਵੇਂ ਹੋ ਸਕਦਾ ਬਈ ਯਾਰ, ਕਿਵੇਂ ਹੋ ਸਕਦਾ ਇਹ ਹੈ? ਕੀ ਹੈ? ਪੰਜਾਬ ਨੂੰ RSS BJP ਇਹਨੂੰ ਕਰਨਾ ਚਾਹੁੰਦੀ ਹੈ ਸਾਰਾ ਇਹ 'ਤੇ ਰਾਜ ਥਰੂ ਆਫ ਸਾਡੀਆਂ ਇੱਥੋਂ ਪਾਰਟੀਆਂ। ਉਹਦੇ 'ਚ ਸਾਡੇ ਸਾਬਕਾ CM ਦਾ ਬਹੁਤ ਵੱਡਾ ਰੋਲ ਹੈ। ਅੱਜ ਮੁੱਦਾ ਕੀ ਗਰਮ ਹੋਣਾ ਚਾਹੀਦਾ ਸੀ? ਇਹ ਜਿਹੜਾ BSF ਵਾਲਾ ਅੱਧਾ ਪੰਜਾਬ BSF ਨੂੰ ਦਿੱਤਾ। ਅੱਜ ਯਾਰ ਅਰੂਸਾ ਦੀ 16 ਸਾਲ ਤੱਕ ਗੱਲ ਹੋਈ ਨਹੀਂ, ਅਰੂਸਾ ਦੀ 16 ਸਾਲ ਤਾਂ ਟੌਪਿਕ ਆਇਆ ਨਹੀਂ। 16 ਸਾਲ ਤੋਂ ਆ ਰਹੀ ਹੈ, ਜਾ ਰਹੀ ਆ ਉਹ ਇੱਥੇ ਸਰਕਾਰ ਇੱਕ ਹਿਸਾਬ ਦੀ ਚਲਾ ਗਈ। 16 ਸਾਲ ਤਾਂ ਕੋਈ ਬੋਲਿਆ ਨਹੀਂ, ਅੱਜ ਕਿਉਂ ਬੋਲਣ ਲੱਗ ਗਈ ਲੀਡਰ ਬਈ? ਅੱਜ ਹੀ ਇਹਨਾਂ ਨੂੰ ਅਰੂਸਾ ਜ਼ਿਆਦਾ ਹੀ ਹੈ। ਪਹਿਲਾਂ ਤਾਂ ਸਾਰੇ ਇਹਨਾਂ ਦੇ ਨਾਲ ਰਹਿੰਦਾ ਵੀ ਕੋਈ ਨਹੀਂ ਬੋਲਿਆ, ਦੂਜਾ ਵੀ ਕੋਈ ਨਹੀਂ ਬੋਲਿਆ। ਸਾਡੇ ਵਰਗੇ ਜੇ ਬੋਲੇ ਤਾਂ ਸਾਨੂੰ ਧਮਕੀਆਂ ਆਉਣ ਲੱਗੀਆਂ ਸੀ, ਪਰਚੀਆਂ ਪੈਣ ਦੀਆਂ। ਉਦੋਂ ਹੁਣ ਕਿਉਂ? ਕਿਉਂਕਿ ਮੇਨ ਮੁੱਦੇ ਦੱਬੇ ਰਹਿਣ, ਮੇਨ ਮੁੱਦੇ ਦੱਬੇ ਰਹਿਣ। ਹੁਣ ਤੇ ਸਾਨੂੰ ਆਪਸ 'ਚ ਕੀ ਲੜਾਇਆ ਜਾ ਰਿਹਾ? ਸਾਡੇ ਸੈਂਸਿਟਿਵ ਮੁੱਦਾ ਕੀ ਹੈ? ਧਰਮ ਹਰ ਬੰਦੇ ਦਾ ਸੈਂਸਿਟਿਵ ਮੁੱਦਾ ਹੈ, ਉਹਦੀ ਬੇਅਦਬੀ ਹਰ ਬੰਦੇ ਲਈ ਸੈਂਸਿਟਿਵ ਹੈ। ਸਾਨੂੰ ਉੱਧਰ 2015 ਤੋਂ ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ, ਪਰ ਉਸ ਤੋਂ ਪਹਿਲਾਂ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ, ਜਦੋਂ ਸੰਤਾਂ ਨੇ ਧਰਮ ਯੁੱਧ ਮੋਰਚਾ ਲਾਇਆ, ਆਨੰਦਪੁਰ ਮਤੇ ਦੀ ਗੱਲ ਹੋਈ, ਉਦੋਂ ਵੀ ਸੰਤਾਂ ਦੀ ਖੁਦ ਸਪੀਚ ਪਈ ਹੈ, ਤੁਸੀਂ ਦੇਖਿਓ। ਉਦੋਂ ਵੀ ਕਿਸੇ ਨੇ ਗੋਹੇ 'ਚ ਦਬਤਾਰ ਮਾਲੇ ਲਾ ਕੇ ਇੱਧਰ ਮੈਨੂੰ ਪਿੰਡ ਇਸ ਟਾਈਮ ਦਿਮਾਗ 'ਚ ਨਹੀਂ ਆ ਰਿਹਾ, ਤੇ ਉਹ ਸਪੀਚ ਪਈ ਹੈ YouTube 'ਤੇ ਦੇਖ ਲਿਓ। ਉਦੋਂ ਵੀ ਕਿਉਂ? ਜਦੋਂ ਵੱਡਾ ਸੈਂਟਰ ਨਾਲ ਲੜਾਈ ਲੜੀ ਸੰਤਾਂ ਨੇ ਤਾਂ ਬੇਅਦਬੀਆਂ ਤੋਂ ਕੰਮ ਸ਼ੁਰੂ ਕਰਤਾ। ਫਿਰ ਉਹ ਹੌਲੀ ਹੌਲੀ ਉਹ ਕਿੱਥੇ ਜਾ ਕੇ ਗੱਲ ਨਿਬੜੀ, ਕੀ ਕੁਛ ਹੋਇਆ, ਕਿੰਨਾ ਨੁਕਸਾਨ ਹੋਇਆ, ਮਸਲਾ ਕੀ ਸੀ? ਹੱਕ ਮੰਗ ਰਹੇ ਸੀ, ਪਰ ਉਹਦਾ ਕਿ ਕੁਛ ਦਾ ਕੁਛ ਬਣਾਤਾ। ਹੁਣ ਵੀ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਅਤੇ ਉਹਦਾ ਕੁਛ ਦਾ ਕੁਛ ਬਣਾਇਆ ਜਾ ਰਿਹਾ। 15 ਤੋਂ ਬੇਅਦਬੀ ਕਿਸੇ ਨੇ ਕੀਤੀ ਨਹੀਂ, ਬੇਅਦਬੀ ਕਰਾਈ ਗਈ। ਜਿਨ੍ਹਾਂ ਨੇ ਕੀਤੀ ਉਹਨਾਂ ਦੇ ਪਿੱਛੇ ਬੰਦੇ ਨਹੀਂ ਫੜੇ ਗਏ। ਹੁਣ ਦੇਖੋ, ਇੱਕ ਬੰਦਾ ਜਦੋਂ ਫੜਿਆ 2015 ਬੇਅਦਬੀਆਂ 'ਚ, ਇੱਕ ਨੂੰ ਜੇਲ੍ਹ 'ਚ ਮਾਰਤਾ, ਜਿਹਦੇ ਤੋਂ ਕੜੀ ਅੱਗੇ ਜਾਣੀ ਸੀ ਵੱਡੀਆਂ ਮੱਛੀਆਂ ਤੱਕ। ਇੱਕ ਬੰਦਾ ਜਿਹੜਾ ਉੱਥੇ ਜਿੱਥੇ ਬੇਅਦਬੀ ਹੁੰਦੀ ਆ ਬੁਰਜ ਜਵਾਰ ਸਿੰਘ ਵਾਲੇ, ਉਹਦੇ ਬਾਹਰ ਜਿਹੜਾ ਦੁਕਾਨਦਾਰ ਆ, ਉਹ ਸਰਸੇ ਵਾਲਾ ਇਹਦਾ ਚੇਲਾ ਸੀ, ਅਤੇ ਉਹਦੀ ਗਵਾਹੀ, ਉਹਦੀਆਂ ਗੱਲਾਂ ਨੇ ਬਹੁਤ ਕੁਛ ਅੱਗੇ ਦੀ ਅੱਗੇ ਤਾਰਾਂ ਖੋਲ੍ਹਣੀਆਂ ਸੀ, ਉਹਨੂੰ ਵੀ ਮਾਰ ਦਿੱਤਾ ਗਿਆ। ਇੱਕ ਨੂੰ ਜੇਲ੍ਹ 'ਚ ਮਾਰ ਦਿੱਤਾ ਗਿਆ, ਇੱਕ ਨੂੰ ਬਾਹਰ। ਤਾਂ ਮੇਨ ਮੁੱਦਿਆਂ ਤੱਕ ਗੱਲ ਵਿੱਚ ਹੀ ਲਟਕੀ ਹੈ। ਹੁਣ ਉਵੇਂ ਦਾ ਹੀ ਸਿਸਟਮ ਇਸ ਵਾਰ ਹੋਇਆ। ਤੁਸੀਂ ਦੇਖੋ, ਇਹਦੇ ਇੱਕ ਦੇਖਣ ਵਾਲੀ ਗੱਲ ਹੈ ਕਿ ਕਿਹੜੇ ਦਿਨ ਕਿਉਂ ਬੇਅਦਬੀ ਹੋਈ ਨਹੀਂ, ਕਰਾਈ ਗਈ। ਕਿਵੇਂ ਦਾ ਬੰਦਾ ਮੈਂ ਉਹ ਦੱਸਣ ਲੱਗਿਆ। ਕਿਹੜਾ ਬੰਦਾ? ਉਹ ਬੰਦੇ ਨੂੰ ਕਿਉਂ, ਲਖਬੀਰ ਸਿੰਘ ਜੀ ਨੂੰ ਕਿਉਂ ਲਿਆਂਦਾ ਗਿਆ? ਪਲੱਸ ਦੁਸਹਿਰੇ ਵਾਲੇ ਦਿਨ ਸਵੇਰੇ ਹੁੰਦੀ ਹੈ ਬੇਅਦਬੀ, ਕਿਉਂ ਹੁੰਦੀ ਹੈ? ਫਿਰ ਉਹ ਪੰਜਾਬ ਦਾ ਹੀ ਬੰਦਾ ਕਿਉਂ ਚੁੱਕਿਆ ਜਾਂਦਾ? ਇਹ ਗੱਲਾਂ ਸੋਚਣ ਵਿਚਾਰਨ ਵਾਲੀਆਂ ਨੇ। ਪਹਿਲੀ ਗੱਲ, ਇਹਨਾਂ ਨੇ ਅੱਗ ਪੰਜਾਬ 'ਚ ਲਾਉਣੀ ਹੈ, ਨਾ ਕਿ ਭਾਰਤ 'ਚ, ਕਿਉਂਕਿ ਬਹੁਤ ਜਗ੍ਹਾ 'ਤੇ ਇਹਨਾਂ ਦਾ ਆਪਦਾ ਰਾਜ ਹੈ ਅਤੇ ਇਹਨਾਂ ਨੇ ਅੱਗੇ ਵੀ ਆਪਣਾ ਰਾਜ ਚਾਹੁੰਦੇ ਨੇ। ਉਹ ਪਲੈਨਿੰਗਾਂ ਨੇ। ਪੰਜਾਬ 'ਚ ਹੀ ਅੱਗ ਲਾਉਣ 'ਤੇ ਬੰਦਾ ਪੰਜਾਬ ਦਾ ਸਿਲੈਕਟ ਕੀਤਾ ਗਿਆ। ਫਿਰ ਉਹ ਬੰਦਾ ਜਿਹੜਾ ਉਹ ਕੰਮ ਹੈ ਦੁਸਹਿਰੇ ਵਾਲੇ ਦਿਨ ਚੂਜ਼ ਕੀਤਾ ਗਿਆ। ਇਹਦੇ ਪਿੱਛੇ ਦੇਖੋ ਕਾਰਨ। ਦੁਸਹਿਰੇ ਵਾਲੇ ਦਿਨ ਪੁਤਲੇ ਕਿਹਦੇ ਫੂਕਣੇ ਸੀ? ਮੋਦੀ, ਅਮਿਤ ਸ਼ਾਹ, ਅੰਬਾਨੀ, ਅਡਾਨੀ ਦੇ ਫੂਕੇ ਵੀ। ਅਤੇ ਉਹ ਕਿੱਡੀ ਵੱਡੀ ਨੈਸ਼ਨਲ ਨਿਊਜ਼ ਸੀ, ਕਿਸ ਲੈਵਲ 'ਤੇ ਗੱਲ ਜਾਣੀ ਸੀ। ਪਰ ਉਸ ਦਿਨ ਹਾਈਲਾਈਟ ਕੀ ਹੋਇਆ? ਇੱਕ ਬੰਦਾ ਮਾਰ ਦਿੱਤਾ ਜੀ, ਬੇਰਹਿਮੀ ਨਾਲ ਮਾਰ ਦਿੱਤਾ ਜੀ। ਗੋਦੀ ਮੀਡੀਆ ਨੇ ਚਲਾਇਆ, ਹੈ ਨਾ, ਕਿ ਜੀ ਦੇਖੋ ਜੀ ਸਿੰਘੂ ਬਾਰਡਰ 'ਤੇ ਮਤਲਬ ਵੀ ਇਨਸਾਨੀਅਤ ਤਾਰ ਕਰਤੀ। ਉਹਨਾਂ ਨੇ ਇਹ ਚਲਾਇਆ ਕਿ, ਪਰ ਖਬਰ ਕੀ ਚੱਲਣੀ ਸੀ? BSF ਵਾਲੀ, CBS ਵਾਲੀ। ਸਭ ਤੋਂ ਵੱਡੀ ਗੱਲ ਸੀ ਕਿ ਮੋਦੀ ਦੇ ਪੁਤਲੇ ਫੂਕੇ ਕਿਸਾਨਾਂ ਨੇ ਦੁਸਹਿਰੇ ਵਾਲੇ ਦਿਨ। ਉਹ ਹੁਣ ਜਿਹੜਾ ਬੰਦਾ ਚੁਣਿਆ ਗਿਆ, ਉਹ ਬੰਦੇ ਦਾ ਨਾ ਕੋਈ ਭਰਾ ਆ, ਨਾ ਕੋਈ ਉਹਦਾ ਚਾਚਾ ਤਾਇਆ, ਨਾ ਉਹਦਾ ਕੋਈ ਵੱਡਾ ਖਾਸ ਰਿਸ਼ਤੇਦਾਰ ਨੇੜੇ ਦਾ। ਉਹ ਉਹਦੀ ਭੈਣ ਘਰ ਵਾਲੀ ਦੀ ਛੱਡੀ ਹੈ, ਗਰੀਬ ਬੰਦਾ ਜਮਾਂ ਹੀ। ਉਹਨੂੰ ਲਾਲਚ ਦਿੱਤਾ, ਬੇਅਦਬੀ ਕਰਾਈ। ਕਿਵੇਂ ਕੀਤਾ? ਕਿਉਂਕਿ
ਕੱਲ ਨੂੰ ਉਹਦੇ ਪਿੱਛੇ ਕੋਈ ਜੇ ਕੋਈ ਹੋਰ ਹੁੰਦਾ ਪਰਿਵਾਰ ਹੁੰਦਾ ਤਾਂ ਉਹ ਪੈਰਵਾਈ ਕਰਾਉਂਦਾ ਵੀ ਸਾਡੇ ਇਸ ਬੰਦੇ ਨੂੰ ਕੌਣ ਲੈ ਕੇ ਗਿਆ, ਕਿਹਦੇ ਨਾਲ ਗੱਲ ਹੁੰਦੀ ਸੀ, ਕਿਉਂਕਿ ਪਿੱਛੇ ਪੈਰਵਾਈ ਕਰਨ ਵਾਲਾ ਹੋਊਗਾ ਤਾਂ ਅੱਗੇ ਗੇਮ ਚੱਲੂਗੀ। ਪਰ ਜਦੋਂ ਕੋਈ ਹੈ ਹੀ ਨਹੀਂ, ਕਿਸੇ ਨੇ ਜਾਂਚ ਕਿਹਨੇ ਕਰਨੀ ਹੈ? ਸਰਕਾਰਾਂ ਨੇ। ਸਰਕਾਰਾਂ ਹੀ ਤਾਂ ਇਹ ਕੰਮ ਕਰਾ ਰਹੀਆਂ ਨੇ, ਤਾਂ ਸਰਕਾਰਾਂ ਉਹੋ ਜਿਹਾ ਬੰਦਾ ਲੱਭਦੀਆਂ ਨੇ ਜਿਹਦੀ ਕਿਤੇ ਉਹਦਾ ਪਰਿਵਾਰ ਪਿੱਛੇ ਨਾ ਉਹਦੀ ਪੈੜ ਫੜ ਲਏ ਹਨ। ਹੁਣ ਉਹ ਵਿਚਾਰੀ ਭੈਣ ਉਹਦੀ ਇਕੱਲੀ ਬੰਦੇ ਦੀ, ਉਹ ਕਿੱਥੇ ਪੈਰਵਾਈ ਕਰਾ ਲੂਗੀ? ਉਹ ਮੇਰੇ ਭਰਾ ਨੂੰ ਕੌਣ ਲੈ ਕੇ ਗਿਆ, ਕਿੰਨੇ ਲਾਲਚ ਦਿੱਤਾ, ਕਿਵੇਂ ਉਹ ਦਿੱਲੀ ਪਹੁੰਚਿਆ, ਹੈ ਨਾ। ਇਹ ਦੁਸਹਿਰੇ ਵਾਲੇ ਦਿਨ ਫਿਰ ਦੂਜਾ ਕੰਮ, ਜੇ ਉਹ ਹਰਿਆਣੇ ਜਾਂ ਕਿਤੇ ਹੋਰ ਦਾ ਹੁੰਦਾ, ਹਿੰਦੂ ਵਰਸਸ ਸਿੱਖ ਬਣ ਕੇ ਜਿੱਥੇ ਜਿੱਥੇ ਸਿੱਖ ਵੱਸਦੇ ਆ ਦੁਸਹਿਰੇ ਵਾਲੇ ਦਿਨ, ਤਾਂ ਦੇਸ਼ ਭਰ 'ਚ ਦੰਗੇ ਆਪਸ 'ਚ ਭੜਕਦੇ, ਮਤਲਬ ਹਿੰਦੂ ਵਰਸਸ ਸਿੱਖ ਨਾਲ। ਤਾਂ ਉਹਨਾਂ ਨੇ ਪੰਜਾਬ ਦੀ ਅੱਗ ਪੰਜਾਬ 'ਚ ਰੱਖਤੀ। ਫਿਰ ਦੇਖੋ ਅੱਗ ਪੰਜਾਬ 'ਚ, ਇਹਨਾਂ ਨੂੰ ਦੁਸਹਿਰੇ ਦਿਨ ਕੀ ਸੀ ਕਿ ਸ਼ਾਮ ਇਕੱਠ ਹੁੰਦਾ, ਸ਼ਾਮ ਤੱਕ ਅੱਗ ਫੜ ਜੂਗੀ, ਫੈਲ ਜੂਗੀ, ਦਲਿਤ ਮਾਰਤਾ। ਫਿਰ ਇਹਨਾਂ ਨੇ ਪ੍ਰਚਾਰਿਆ ਦਲਿਤ ਮਾਰਤਾ, ਦਲਿਤ ਮਾਰਤਾ। ਹਾਲਾਂਕਿ ਨਿਹੰਗ ਸਿੰਘਾਂ ਦੇ ਵਿੱਚ ਸਭ ਤੋਂ ਵੱਧ ਰੰਗਰੇਟੇ ਗੁਰੂ ਕੇ ਬੇਟੇ, ਮੇਰੀ ਨਿਗਾਹ 'ਚ ਤਾਂ ਕੋਈ ਦਲਿਤ ਹੀ ਨਹੀਂ। ਸਾਡੀ ਧਰਮ 'ਚ ਦਲਿਤ ਨਾਂ ਦਾ ਕੋਈ ਸ਼ਬਦ ਨਹੀਂ, ਸਭ ਨੂੰ ਸਮਾਨਤਾ ਹੈ, ਪੰਗਤ ਹੈ, ਸੰਗਤ ਹੈ। ਤਾਂ ਇਹਨਾਂ ਨੇ ਉਹ ਪ੍ਰਚਾਰਿਆ ਕਿ ਇਹ ਆਪਸ 'ਚ ਵੀ ਸ਼ਾਮ ਨੂੰ ਇਕੱਠ ਹੁੰਦਾ, ਵੀ ਲੜੂ, ਜਿੱਥੇ ਜਿੱਥੇ ਹੋਣਗੇ ਕੋਈ ਨਾ ਕੋਈ ਵਿਚਾਰ ਤਕਰਾਰ ਹੋਊਗੀ, ਦੰਗੇ ਭੜਕਣਗੇ। ਆ ਦੇਖੋ ਜੀ ਪੰਜਾਬ ਤਾਂ ਬਹੁਤ ਅੱਤਵਾਦੀ ਆ ਗਏ, ਇਹ ਹੋ ਗਿਆ, ਤੇ ਮਾਹੌਲ ਖਰਾਬ ਹੋ ਗਿਆ, ਵੀ ਲਾ ਦਿਓ ਰਾਸ਼ਟਰਪਤੀ ਰਾਜ, ਲਾ ਦਿਓ BSF, ਹੈ। ਪਰ ਉਹ ਵੀ ਚਾਲ ਫੇਲ ਹੋਊਗੀ। ਹੁਣ ਉਵੇਂ ਦਾ ਦਿਨ ਚੁਣਨਾ, ਉਹੋ ਜਿਹਾ ਬੰਦਾ ਚੁਣਨਾ ਜਿਹਦੀ ਕੋਈ ਪੈਰਵਾਈ ਨਾ ਕਰ ਸਕੇ, ਤੇ ਮੇਨ ਮੁੱਦਿਆਂ ਤੋਂ ਭਟਕਾ ਦੇਣਾ। ਸੈਂਸਿਟਿਵ, ਧਰਮ ਸਭ ਲਈ ਸੈਂਸਿਟਿਵ ਆ। ਸਾਡੀਆਂ ਭਾਵਨਾਵਾਂ ਜਦੋਂ ਹੋਣਗੀਆਂ ਤਾਂ ਅਸੀਂ ਇਹ ਨਹੀਂ ਦੇਖਾਂਗੇ ਫਿਰ ਵੀ ਉਹਦੀ ਪੈਰਵਾਈ ਹਲ ਨਹੀਂ ਜਾਂਦਾ, ਪਹਿਲਾਂ ਬੰਦਾ ਐਕਸ਼ਨ 'ਤੇ ਜਾਂਦਾ, ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਦਾ। ਹੁਣ ਉਹ ਜਿਹੜੇ ਬੰਦਿਆਂ ਨੇ, ਬਾਬਾ ਨਰੈਣ ਸਿੰਘ ਜੀ, ਉਹਨਾਂ ਨੇ ਵੱਢਤੀ ਬਿਲਤ ਸੰਗਤ ਨੇ। ਪਰ ਹੁਣ ਗੱਲ ਕੀ ਹੈ ਬਾਬੇ ਅਮਨ ਦੀ। ਹੁਣ ਬਾਬੇ ਅਮਨ ਨੂੰ ਬਚਾ ਕੌਣ ਰਹੇ ਨੇ? ਜਿਨ੍ਹਾਂ ਨੇ ਉਹਦੇ ਲਈ ਫੇਸਬੁੱਕ 'ਤੇ ਵੀ ਉਹ ਕੌਣ ਨੇ ਲੋਕ ਜਿਨ੍ਹਾਂ ਨੇ ਹੁਣ ਤੱਕ ਕਿਸਾਨੀ ਅੰਦੋਲਨ ਨੂੰ ਇਹ ਤਾਂ ਵਿਕ ਜਾਣਗੇ ਜੀ, ਮਤਲਬ ਉਹਦੇ 'ਤੇ ਸਵਾਲ ਚੁੱਕਿਆ, ਨਾ ਕਿ ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਕਿਸਾਨ ਆਗੂਆਂ ਦੇ, ਕਿਸਾਨ ਮੋਰਚੇ 'ਤੇ ਐਂ ਜੀ ਫਲਾਣਾ ਜੀ ਢਮਕਾਣਾ ਜੀ। ਉਹ ਬੰਦੇ ਅਮਨ ਨੂੰ ਮਤਲਬ ਡਿਫੈਂਡ ਕਰ ਰਹੇ ਆ। ਬੇਅਦਬੀ ਹੋਈ, ਬੰਦਾ ਮਾਰਤਾ ਬੰਦਾ। ਹੁਣ ਮੈਂ ਗੱਲ ਕਰਦਾ ਕਿ ਬਾਬਾ ਰਾਜਾ ਰਾਮ ਦਾ ਇੰਟਰਵਿਊ ਸੁਣਿਓ। ਉਹ ਕਹਿੰਦੇ ਵੀ ਜਦੋਂ ਬੇਅਦਬੀ ਹੋਈ, ਹੁਣ ਕੈਂਪ ਹੁੰਦੀ ਆ ਅਮਨ ਦੇ 'ਚ, ਉਹ ਲੈ ਕੇ ਜਾਂਦੇ ਨੇ ਉਹ ਸਿੰਘੂ ਦੀ ਸਟੇਜ ਕੋਲ, ਠੀਕ ਹੈ। ਜਦੋਂ ਉਹਨੂੰ ਵੱਢਿਆ ਜਾਂਦਾ ਤੇ ਇਹ ਮੇਰੇ ਸ਼ਾਇਦ ਬਾਬਾ ਤੇ ਚੈਨਲ ਤੇ ਰਾਜਾ ਰਾਜ ਜੀ ਦੀ ਇੰਟਰਵਿਊ, ਉਹ ਕਹਿੰਦੇ ਮੈਂ ਕਿਹਾ ਵੀ ਇਹਨੂੰ ਹਸਪਤਾਲ ਲੈ ਜਾਈਏ, ਵੀ ਇਹਦੇ ਤੋਂ ਪ੍ਰੂਫ ਤਾਂ ਇਕੱਠੇ ਕਰੀਏ, ਕਿੰਨੇ ਭੇਜਿਆ, ਕੌਣ ਭੇਜਿਆ। ਜਦੋਂ ਉਦੋਂ ਤੱਕ ਉਹਨੇ 20 ਜਿਹੜੇ ਬੰਦੇ ਕਹੇ ਵੀ ਪੂਰਾ ਤਾਂ ਪਤਾ ਲੱਗੇ, ਤਾਂ ਉਸੇ ਟਾਈਮ ਕੌਣ ਆ ਗਿਆ? ਕਿਉਂਕਿ ਆਪਾਂ ਵੀ ਵੀਡੀਓ ਦੇਖੀ ਵੀ ਪਹਿਲਾਂ ਉਹਨੂੰ ਕੁੱਟਿਆ ਮਾਰਿਆ, ਉਹਦੇ ਕੁਛ ਨਹੀਂ ਵੱਢਿਆ, ਹੈ ਨਾ। ਹੁਣ ਉਹ ਨੂੰ ਚੱਕ ਕੇ ਬਾਬਾ ਅਮਨਾ ਕਹਿੰਦਾ ਮੇਰੇ ਕੋਲ ਸਾਰੇ ਪ੍ਰੂਫ ਨੇ, ਕਲੂਲੇ, ਠੀਕ ਹੈ ਜੀ, ਕਬੂਲ ਕਰਤੇ। ਉਹ ਬੰਦਾ ਮਰ ਜਾਂਦਾ, ਉਹਨੂੰ ਹਸਪਤਾਲ ਲੈ ਜਾਂਦਾ, ਠੀਕ ਹੈ। ਉਹਨੂੰ ਫਿਰ ਮਰੇ ਤੋਂ ਲਟਕਾ ਦਿੱਤਾ ਜਾਂਦਾ। ਕਿਉਂ? ਕਿ ਹਰ ਬੰਦੇ ਦਾ ਦਿਲ, ਆਮ ਬੰਦੇ ਦਾ ਵੇਖੇ ਵੀ ਇੰਨਾ ਅਤਿਆਚਾਰ ਕਿ ਲੋਕ ਸਿੱਖਾਂ ਦੇ, ਜਿਹੜੀ ਹਮਦਰਦੀ ਸਿੱਖਾਂ 'ਚ ਬਣ ਰਹੀ ਹੈ, ਇਹਦਾ ਲੋਕਾਂ 'ਚ ਨਫ਼ਰਤ ਪੈਦਾ ਹੋ ਜੇ। ਉਹਦਾ ਸਭ ਤੋਂ ਵੱਡਾ ਸੱਚ ਇੱਕ ਕਾਰਨ ਹੋਰ, ਲਖੀਮਪੁਰ ਘਟਨਾ ਨੂੰ ਵੀ ਦਬਾਉਣਾ ਸੀ। ਐਡਾ ਵੱਡਾ ਮੁੱਦਾ ਲਖੀਮਪੁਰ ਦਾ, ਅੱਜ ਉਹਦੀ ਕੋਈ ਗੱਲ ਹੀ ਨਹੀਂ ਹੋ ਰਹੀ। BSF ਪੰਜਾਬ ਦੇ ਮੁੱਦਿਆਂ ਦਾ ਨਾ, ਲਖੀਮਪੁਰ ਦਾ ਮੁੱਦਾ ਵੀ ਬਹੁਤ ਵੱਡਾ ਮੁੱਦਾ, ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਹੁਣ ਉਹਦੀ ਵੀ ਗੱਲ ਨਹੀਂ ਹੋ ਰਹੀ ਲਖੀਮਪੁਰ ਮੁੱਦੇ ਦੀ, ਤੇ ਉਹ ਲਟਕਾਉਣਾ, ਉਹਦੇ ਗੁੱਟ ਲੱਤ। ਹੁਣ ਆਪਾਂ ਕਹਿੰਦੇ ਵੀ ਨਿਹੰਗ ਸਿੰਘ ਝਟਕਾ ਖਾਂਦੇ ਆ, ਹਲਾਲ ਨਹੀਂ ਖਾਂਦੇ। ਜਿਹੜੇ ਵੀ ਨਿਹੰਗ ਸਿੰਘ ਬੱਕਰਾ ਖਾਂਦੇ ਆ। ਤੁਸੀਂ ਮੈਂ ਹੁੰਦਾ ਕੋਈ ਵੀ ਤੁਸੀਂ ਦੇਖੋ, ਆਪਾਂ ਸਵਾਲ ਜਵਾਬ ਕਰਾਂਗੇ, ਉਹ ਤੋਂ ਲਵਾਂਗੇ ਪ੍ਰੂਫ, ਤਾਂ ਝਟਕਾ ਦਾਂਗੇ ਕੋਈ ਵੀ ਬੰਦਾ। ਇੰਨੇ ਕਿਉਂਕਿ ਹਿੰਮਤ ਵੀ ਨਹੀਂ ਪੈਂਦੀ ਆ ਵੱਢਣ ਲਾਣੀ ਕਿੰਨੀ ਕੁ ਖੇਜੇ ਦੇ। ਪਰ ਉਹ ਅਸੀਂ ਲੋਕਾਂ ਦੇ ਵਿੱਚ ਡਰ, ਦਹਿਸ਼ਤ ਪਾਉਣੀ ਤੇ ਬਦਨਾਮ ਕਰਨਾ ਅੰਦੋਲਨ ਨੂੰ, ਪਲੱਸ ਸਿੱਖਾਂ ਨੂੰ। ਪਰ ਪ੍ਰਮਾਤਮਾ ਨੇ ਉਹ ਵੀ ਮਿਹਰ ਕੀਤੀ, ਗੋਦੀ ਮੇਰੀ ਜੋ ਮਰਜੀ ਭੌਂਕਿਆ, ਅਸੀਂ ਅੱਜ ਵੀ ਉੱਥੇ ਕਾਇਮ ਆ। ਫਿਰ ਜਦੋਂ ਇਹ ਚੀਜ਼ਾਂ ਸਾਰੀਆਂ ਨਹੀਂ ਹੋਈਆਂ, ਫਿਰ ਉਹਦੇ 'ਚ ਸੀ ਕਿ ਲੋਕ ਨਿਹੰਗਾਂ ਦੇ ਵਿਰੁੱਧ 'ਚ ਹੋ ਜਾਣਗੇ, ਨਿਹੰਗਾਂ ਨੂੰ ਉਠਾ ਦੇਣਗੇ। ਪਰ ਸਾਰਿਆਂ ਨੇ ਕਿਹਾ ਨਿਹੰਗ ਨਹੀਂ ਜਾਣਗੇ, ਸਾਰਿਆਂ ਨੇ ਉਹ ਪੱਖ ਲਿਆ, ਕਿਉਂਕਿ ਬੇਅਦਬੀ ਸੈਂਸਿਟਿਵ ਮੁੱਦਾ ਸੀ। ਬੇਅਦਬੀ ਨੂੰ ਛੱਡ ਕੇ ਉਹਦੇ ਪਿੱਛੇ ਉਹਨੂੰ ਕਰਵਾਇਆ। ਹਾਂਜੀ ਰੁਕ ਗਿਆ ਸੀ ਸ਼ਾਇਦ। ਤੇ
ਹੁਣ ਯਾਰ ਬੇਅਦਬੀ ਕਿਸੇ ਦੇ ਧਰਮ ਦੀ ਹੋਊਗੀ, ਉਹਦਾ ਐਕਸ਼ਨ ਦਾ ਰਿਐਕਸ਼ਨ ਤਾਂ ਹੋਊਗਾ ਹੀ, ਪਰ ਉਹਦਾ ਇਸ ਤਰੀਕੇ ਨਾਲ ਦਿਖਾਉਣਾ। ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਫੇਲ ਹੋ ਗਈਆਂ, ਨਾ ਕੋਈ ਦੰਗਾ ਭੜਕਿਆ, ਨਾ ਕਿਸੇ ਨੇ ਨਿਹੰਗਾਂ ਨੂੰ ਠੁੱਠਣ ਦੀ ਗੱਲ ਕਹੀ, ਤੇ ਫਿਰ ਸਰਕਾਰ ਨੇ ਉਹੀ ਚਾਲ ਚੱਲੀ। ਜਿਹੜੇ ਬੰਦਿਆਂ ਤੋਂ ਇਹ ਕੰਮ ਕਰਵਾਇਆ ਕਿ ਹੁਣ ਉਹਨਾਂ ਨੂੰ ਲਿਆਓ, ਇਹ ਆਪਸ 'ਚ ਪਾਟਣ ਲੜਨ। ਨਿਹੰਗ ਸਿੰਘ ਅਮਨੇ ਦੀਆਂ ਫੋਟੋਆਂ ਲੀਕ ਕੀਤੀਆਂ, ਇਹ ਗੱਲ 'ਚ ਕੋਈ ਦੋ ਰਾਏ ਨਹੀਂ। ਅਮਨੇ ਨੇ ਇਹ ਅਹਿਮ ਇੱਕ ਘੜੀ ਬਣਿਆ, ਇਹ ਘੜੀ ਬਣਿਆ ਉਹ। ਇਸ ਜੇ ਕੋਈ ਡਿਨਾਈ ਕਰਦਾ, ਹੁਣ ਉਹਦੀ ਗੱਲਬਾਤ ਦੇਖ ਲਓ, ਸੰਸਾਰ ਕਲੀਅਰ ਕਰੂਗਾ ਸੰਸਾਰ ਕਰੂਗਾ, ਰਾਸ਼ਟਰਪਤੀ ਨੂੰ ਕਲੀਅਰ ਕਰਾਂਗੇ, ਲੋਕਤੰਤਰ ਨੂੰ ਕਲੀਅਰ ਕਰਾਂਗੇ। ਯਾਰ ਕਾਮਨ ਸੈਂਸ ਦੀਆਂ ਗੱਲਾਂ ਨੇ, ਫੋਟੋਆਂ। ਹੁਣ ਮੈਂ ਇੱਥੇ ਹੁਣ ਸਾਰੀ ਗੱਲ ਮੈਂ ਇਹ ਮੰਨਦਾ ਕਿ ਕਰਵਾਇਆ ਗਿਆ, ਤੇ ਉਹਦੇ ਲਈ ਪਿੰਕੀ ਕੈਟ ਹੁਣ ਜਦੋਂ ਇਹਨਾਂ ਦੀਆਂ ਫੋਟੋਆਂ ਆਈਆਂ ਬਾਹਰ, ਹੁਣ ਇਹ ਦੋਨੇ ਵੇਖੋ ਧਮਕੀਆਂ ਦੇ ਰਹੇ ਨੇ। ਉਹ ਕਹਿੰਦਾ ਜੇ ਮੇਰੇ ਪਿੰਕੀ ਕਹਿੰਦਾ ਮੇਰੇ ਵੱਲੋਂ ਕੋਈ ਬੋਲਿਆ ਤਾਂ ਮੈਂ ਡੈਫਾਮੇਸ਼ਨ ਕੇਸ ਕਰੂੰਗਾ, ਮਾਣਹਾਨੀ ਦਾ। ਇਹ ਕਹਿੰਦਾ ਕਿ ਅਸੀਂ ਤਾਂ ਬੇਅਦਬੀਆਂ ਲਈ ਪਹਿਲਾਂ ਬੈਠੇ ਹਾਂ, ਜਿਹੜਾ ਕੋਈ ਲੀਡਰ, ਜਿਹੜਾ ਕੋਈ ਅਫਸਰ ਸਾਡੇ ਲਈ ਬੋਲੂਗਾ ਅਸੀਂ ਤਾਂ ਐਂ ਹਾਲ ਕਰਾਂਗੇ। ਧਮਕੀ ਮਤਲਬ ਸਿੱਧੀ, ਜਦੋਂ ਇਹਨਾਂ ਦੇ ਭੇਤ ਖੁੱਲੇ। ਹੁਣ ਅਮਨ ਇਹਨੂੰ ਪੁੱਛੇ ਵੀ ਤੂੰ ਬੇਅਦਬੀ ਲਈ ਬੈਠਾ ਕਿ ਕਿਸਾਨ ਅੰਦੋਲਨ ਲਈ ਬੈਠਾ ਉੱਥੇ? ਉਹ ਕਹਿੰਦਾ ਅਸੀਂ ਪਹਿਲਾਂ ਬੇਅਦਬੀ ਲਈ ਬੈਠੇ ਹਾਂ। ਕਹਿੰਦਾ ਚਿੱਠੀਆਂ ਨੇ, ਮੈਂ ਪੋਸਟ ਪਾਈ ਹੋਈ ਆ ਪਹਿਲਾਂ ਥੱਲੇ, ਕਿਸੇ ਚਿੱਠੀ ਦਾ ਕੋਈ ਮਤਲਬ ਨਹੀਂ ਉੱਥੇ। ਇੱਕ ਤਾਂ ਉਹਦੇ 'ਚ ਮੈਂ ਦਿਖਾਉਣਾ ਵੀ ਆ, ਜਿਹੜੀ ਉਹ ਨੰਬਰ ਦਿਖਾ ਰਿਹਾ ਸਾਡੇ ਕੋਲ ਰਾਸ਼ਟਰਪਤੀ ਪ੍ਰਤਿਭਾ ਪਾਟਲ ਤੋਂ ਬਾਅਦ ਤਾਂ ਪ੍ਰਣਬ ਮੁਖਰਜੀ ਆ ਗਿਆ, ਰਾਮਨਾਥ ਕੋਵਿੰਦ ਚੱਲ ਰਿਹਾ, ਉਦੋਂ ਬਾਅਦ ਕਿੰਨੇ ਰਾਸ਼ਟਰਪਤੀ ਆ ਗਏ। ਇਹਨਾਂ ਨੇ ਜਿਹੜੀਆਂ ਚਿੱਠੀਆਂ ਲਾਈਆਂ ਨੇ, ਇਹਨਾਂ ਦਾ ਕੋਈ ਆਹ ਦੇਖ ਲਓ, ਪ੍ਰਤਿਭਾ ਪਾਟਲ ਦਾ ਨੰਬਰ ਹੈ ਜੀ, ਆਹ ਨੰਬਰ। ਇਹਨਾਂ ਨੰਬਰਾਂ ਦਾ ਕੋਈ ਲੈਣ ਦੇਣ। ਜਿਹੜੀ ਚਿੱਠੀ ਪਈ ਹੈ ਉਹ ਤਾਂ ਚਿੱਠੀ ਇਹਨਾਂ ਨੇ ਕੋਈ ਬੰਦਾ, ਉਹ ਵੀ ਇਹਦੀ ਚਿੱਠੀ ਨਹੀਂ, ਸਰਦਾਰ ਬਾਬਾ ਗੁਰਨਾਮ ਸਿੰਘ ਸੱਚਖੰਡ ਸ੍ਰੀ ਚਮਕੌਰ ਸਾਹਿਬ, ਤੇ ਉਹ ਤਾਂ ਕੋਈ ਬੰਦਾ ਹੈ ਜਿਹਨੇ ਕੋਈ ਬੇਅਦਬੀ ਸ਼ਾਇਦ ਕੀਤੀ ਆ। ਖੌਤੀ ਜਥੇਦਾਰ ਲਖਵੀਰ ਸਿੰਘ ਵੀ ਜੇ ਪੰਜਾਬ ਸਰਕਾਰ ਕੋਲ ਹੈ ਤਾਂ ਉਹ ਕਹਿੰਦੇ ਵੀ ਉਹਨੂੰ ਸਿਕਿਉਰਿਟੀ ਦਿੱਤੀ ਹੈ ਤੇ ਇਹ ਸਾਨੂੰ ਸਿੰਘਾਂ ਦੇ ਹਵਾਲੇ ਕੀਤਾ ਜਾਵੇ। ਇਹ ਹੈ, ਇਹਦੇ 'ਚ ਨਾ ਤਾਂ ਬੇਅਦਬੀ ਦਾ ਮਸਲਾ ਕੋਈ, ਨਾ ਕੋਈ ਕਿਸਾਨੀ ਦਾ ਮਸਲਾ ਹੈ। ਫਿਰ ਜਿਹੜੇ ਲੋਕ ਕਹਿੰਦੇ ਫੋਟੋਆਂ ਤਾਂ ਕਿਸੇ ਨਾਲ ਵੀ ਹੁੰਦੀਆਂ ਨੇ, ਲੀਡਰਾਂ ਨਾਲ ਬੰਦੀਆਂ, ਲੀਡਰਾਂ ਨੂੰ ਮਿਲਣਾ ਹੈ, ਉਹਨਾਂ ਨੂੰ ਸਰਕਾਰ ਮਿਲੂਗੀ, ਫੋਟੋਆਂ ਆਉਣਗੀਆਂ। ਹੁਣ ਇਹ ਦੱਸੋ, ਨਾ ਤਾਂ ਕਿਸੇ ਨਿਹੰਗਾਂ ਦਾ ਮੁਖੀ ਹੈ ਨਾ, ਹੁਣ ਤਾਂ ਬਾਬਾ ਮਾਨ ਸਿੰਘ ਹੋਰਾਂ ਨੂੰ ਉਹਨਾਂ ਨੇ ਵੀ ਸਾਰਿਆਂ ਨੇ ਕਹਿ ਦਿੱਤਾ। ਫਿਰ ਉੱਥੇ ਰਾਜਾ ਰਾਜ ਵਰਗੇ ਇੰਨੇ ਸੀਨੀਅਰ ਬੈਠੇ ਨੇ, ਸਰਕਾਰ ਨੇ ਉਹਨਾਂ ਨੂੰ ਤਾਂ ਬੁਲਾਇਆ ਨਹੀਂ। ਨਾ ਮਨ ਕਿਸੇ ਮੁਖੀ ਹੈ ਕਿਸੇ ਦਾ, ਆਪ ਬਣਿਆ ਆਪਣਾ ਮੁਖੀ ਆਪੇ ਹੀ, ਉੱਥੇ ਮੁਖੀ ਨਹੀਂ ਹੈਗਾ, ਇਹ ਵੀ ਗੱਲ ਆ ਗਈ। ਨਾ ਉਹ ਕੋਈ ਲੀਡਰ ਹੈ, ਠੀਕ ਹੈ, ਨਾ ਉਹਦੀ ਕੋਈ ਗਤੀਵਿਧੀ ਹੈ ਹੋਰ ਵੀ ਬਹੁਤ ਖਾਸ। ਅਸੀਂ ਤਾਂ ਹੁਣ ਜਾਣਨ ਲੱਗੇ ਹਾਂ ਉਹਨੂੰ ਹੀ ਕਿਉਂ ਬੁਲਾਇਆ। ਫਿਰ ਸਾਰੀ ਦੁਨੀਆ ਨੂੰ ਪਤਾ ਵੀ ਹੁਣ ਆਪਣਾ ਤਾਂ ਕਿਸਾਨ ਆਪਣੇ ਰੋਟੀ ਵੀ ਆਪਣੀ ਲੈ ਕੇ ਜਾਂਦੇ ਆ, ਫਿਰ ਉਹ ਉੱਥੇ ਕਿਉਂ ਨਹੀਂ ਬੁਲਾਇਆ, ਉਹਦੇ ਮਿਲਣ ਕਿਉਂ ਗਿਆ। ਇਹ ਕਹਿੰਦਾ ਨਾ ਸਾਡੇ ਕੋਲ ਤਾਂ ਚੋਰ ਨੇ ਵੀ ਆਉਣਾ, ਸਾਧ ਨੇ ਵੀ ਆਉਣਾ, ਤੁਹਾਡੇ ਕੋਲ ਨਹੀਂ ਆਇਆ, ਤੁਸੀਂ ਗਏ ਹੋ। ਇੱਕ ਪਾਸੇ ਤੁਸੀਂ ਕਹਿੰਦੇ ਸਾਨੂੰ ਚੰਡੀਗੜ੍ਹ ਮਿਲਿਆ ਬਰਸੀ ਤੇ, ਇੱਕ ਪਾਸੇ ਤੁਸੀਂ ਕਹਿੰਦੇ ਆਈ ਦਿੱਲੀ ਗਏ ਕਿਉਂਕਿ ਤੁਸੀਂ ਮਿਲੇ ਹੋ ਕਈ ਵਾਰ। ਹੁਣ ਦੂਜੀ ਗੱਲ, ਸਿਰ ਪਾਉ ਦਿੱਤਾ ਉਹਨੂੰ, ਨੰਗੇ ਸਿਰ ਉੱਥੇ ਬੇਅਦਬੀ ਨਹੀਂ, ਨੰਗੇ ਸਿਰ ਤੋਂ ਉਮਰ ਰਹੀ ਤੋਂ ਸਿਰ ਪੋ ਲੈ ਰਹੇ ਹੋ ਤੁਸੀਂ। ਫਿਰ ਤੁਸੀਂ ਉੱਥੇ ਰੋਟੀ ਕਿਵੇਂ ਖਾ ਗਏ ਯਾਰ, ਉੱਥੇ ਬੰਦਾ ਰੋਟੀ ਕਿਵੇਂ ਖਾ ਗਿਆ। ਇਹ ਗੱਲਾਂ ਤਾਂ ਚਲੋ ਸਾਰਿਆਂ ਨੂੰ ਪਤਾ ਲੱਗੀਆਂ, ਕਲੀਅਰ ਹੋ ਗਿਆ। ਮੈਂ ਇਹ ਗੱਲ ਕਹਿੰਦਾ ਸੀ ਕਿ ਬਾਬਾ ਕਹਿੰਦਾ ਕਲੀਅਰ ਹੋ ਗਈਆਂ ਕਿ ਇਹ ਮੁੱਦੇ ਸਾਨੂੰ ਮੁੱਦਿਆਂ ਤੋਂ ਭਟਕਾਉਣ ਲਈ ਸਾਨੂੰ ਆਪਸ 'ਚ ਲੜਾਉਣ ਨੂੰ ਵੀ ਧਿਰਾਂ ਖੜੀਆਂ ਕਰ ਦੇਣੀਆਂ। ਫੁੱਟ ਪਾਓ ਰਾਜ ਕਰੋ, ਡਿਵਾਈਡ ਐਂਡ ਰੂਲ, ਉਵੇਂ ਹੋ ਰਿਹਾ। ਇਹਦੇ ਵਿੱਚ ਗੱਦਾਰੀ ਕੀਤੀ ਹੈ, ਅਮਨੇ ਨੇ ਕੀਤੀ ਹੈ, ਤੇ ਪਿੰਕੀ ਕੈਟ ਵਰਗਿਆਂ ਦਾ ਦੇਖੋ ਤੁਸੀਂ। ਸਾਡੇ ਲੋਕ, ਪਿੰਕੀ ਕੈਟ ਖੁਦ ਮੰਨਿਆ ਕਿ 50 ਤੋਂ ਉੱਤੇ ਬੰਦੇ ਮਾਰੇ ਉਹਨੇ, ਤੇ ਅਮਨੇ ਨੂੰ ਬਚਾਉਣ ਲਈ ਸਾਡੇ ਕੁਝ ਅਖੌਤੀ ਜਾਗਰੂਕ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਤੇ ਅੰਦੋਲਨ ਨੂੰ ਹਮੇਸ਼ਾ ਨਿੰਦਦੇ ਨੇ। ਪਿੰਕੀ ਦਾ ਬਿਆਨ ਉਹਨਾਂ ਨੇ ਸ਼ੇਅਰ ਕੀਤਾ, ਵੇਖੋ ਜੀ ਉਹਨੇ ਦੱਸਤਾ ਵੀ ਅਮਨਾ ਨੂੰ ਮਿਲਿਆ ਕਿ ਨਹੀਂ ਮਿਲਿਆ, ਕਿੱਥੇ ਮਿਲਿਆ, ਠੀਕ ਹੈ ਨਾ। ਵੀ ਤੁਸੀਂ ਅਮਨ ਨੂੰ ਬਚਾਉਣ ਲਈ ਸਾਰੀ ਪੰਜਾਬ ਪੂਲਾ ਗੱਦਾਰ ਸੀ, ਬਾਣੇ 'ਚ ਸੀ। ਸੰਤਾ ਜਿਹੜਾ ਆਪਣਾ ਪਹਿਲੇ ਨਿਹੰਗ ਮੁਖੀ ਸੰਤਾ ਸਿੰਘ ਆ, ਉਹਨਾਂ ਨੇ ਅਕਾਲ ਤਖਤ ਬਣਵਾਇਆ, ਫਿਰ ਉਹ ਢਾਹ ਕੇ ਫਿਰ ਕਾਰ ਸੇਵਾ ਦੇ ਨਾਲ ਦੁਬਾਰਾ ਬਣਿਆ, ਜਿਹੜਾ ਕਿ ਸਾਰੇ ਕਹਿੰਦੇ ਸੀ ਵੀ ਐਂ ਹੀ ਰਹਿਣਾ ਚਾਹੀਦਾ, ਸਾਡੇ ਲੋਕ ਵੇਖਣਗੇ ਤਾਂ ਪਤਾ ਲੱਗੂ ਹਕੂਮਤ ਕਿਵੇਂ ਅਤਿਆਚਾਰ ਕਰਦੀ ਹੈ। ਤੇ ਵੀ ਉਹਦੇ 'ਚ ਕੀ ਕੀਤਾ ਫਿਰ ਸਭ ਨੇ, ਸਰਕਾਰ ਨੇ ਕੀ ਕੀਤਾ, ਨਿਹੰਗਾਂ ਨੂੰ ਮਾੜਾ ਕਹਿਣਾ।